नमस्कार दोस्तों, ਅੱਜ ਅਸੀਂ ਪਹੁੰਚੇ ਹਾਂ ਸਿਵਲ ਹਸਪਤਾਲ ਨੰਗਲ, ਜਿੱਥੇ ਅਸੀਂ ਆਪਣੇ ਸਿਟੀ ਹਲਚਲ ਦੇ ਦਰਸ਼ਕਾਂ ਨਾਲ ਰੂਬਰੂ ਕਰਾਵਾਂਗੇ ਹਸਪਤਾਲ ਦੇ ਐਸਐਮਓ ਡਾਕਟਰ ਨੇਸ਼ ਜੀ ਨਾਲ ਔਰ ਪੂਰੀ ਜਾਣਕਾਰੀ ਲਵਾਂਗੇ ਕਿ ਅੱਜ ਤੱਕ ਕਿੰਨੇ ਕੇਸ ਜਿਹੜੇ ਕਰੋਨਾ ਪੋਜ਼ਿਟਿਵ ਦੇ ਇੱਥੇ ਆਏ ਹੈ, ਕਿਹਨਾਂ ਲੋਕਾਂ ਦੇ ਜਿਹੜੇ ਜਾਂਚ ਰਿਪੋਰਟ ਠੀਕ ਆਈ ਹੈ ਔਰ ਕਿੰਨੇ ਇਹਨਾਂ ਨੇ ਸੈਂਪਲ ਲਿੱਤੇ ਸੀਗੇ। ਇਸ ਤੋਂ ਇਲਾਵਾ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬਿਮਾਰੀ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ, ਕਿ ਉਹ ਜਿਹੜੇ ਉਪਾਅ ਹੈ ਉਹ ਹੋਣੇ ਚਾਹੀਦੇ ਆ। ਇਹ ਹੈ ਸਰਕਾਰੀ ਸਿਵਲ ਹਸਪਤਾਲ ਦੀ ਬਿਲਡਿੰਗ। ਅੱਜ ਸਿਟੀ ਹਲਚਲ ਦੀ ਟੀਮ ਇਸ ਹਸਪਤਾਲ ਦਾ ਦੌਰਾ ਕਰਨ ਪਹੁੰਚੀ ਹੈ ਅਤੇ ਇਸ ਹਸਪਤਾਲ ਵਿੱਚ ਕਿੰਨੇ ਕਰੋਨਾ ਟੈਸਟ ਕੀਤੇ ਗਏ, ਕਿੰਨਿਆਂ ਦੀ ਰਿਪੋਰਟ ਨੈਗੇਟਿਵ ਆਈ ਔਰ ਕਿੰਨਿਆਂ ਦੀ ਰਿਪੋਰਟ ਪੋਜ਼ੀਟਿਵ ਆਈ, ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਲੈਣ ਲਈ ਅੱਜ ਇਸ ਹਸਪਤਾਲ ਦਾ ਦੌਰਾ ਕੀਤਾ ਸਿਟੀ ਹਲਚਲ ਦੀ ਟੀਮ ਨੇ। ਦੇਖਦੇ ਹਾਂ ਡਾਕਟਰ ਸਾਹਿਬ ਦਾ ਕੀ ਕਹਿਣਾ ਹੈ। ਡਾਕਟਰ ਸਾਹਿਬ ਨਮਸਕਾਰ, ਸਿਟੀ ਹਲਚਲ ਸਵਾਗਤ ਤੁਹਾਡਾ। ਅਤੇ ਅਸੀਂ ਚਾਹੁੰਦੇ ਹਾਂ ਦਰਸ਼ਕਾਂ ਨੂੰ ਦੱਸੋ ਵੀ ਕਿੰਨੇ ਅੱਜ ਤੱਕ ਸੈਂਪਲ ਤੁਸੀਂ ਲਿੱਤੇ ਆ ਔਰ ਕੀ ਦਾ ਹਾਲਾਤ ਰਹੇ। ਨਮਸਕਾਰ ਜੀ। ਅਸੀਂ ਪਹਿਲੇ ਤਾਂ ਸਾਰਿਆਂ ਨੂੰ ਇਹ ਆਪਣੇ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲੋ ਅਤੇ ਮਾਸਕ ਵਗੈਰਾ ਲਗਾ ਕੇ ਨਿਕਲੋ ਔਰ ਆਪਣੇ ਹੱਥ ਜਿਹੜੇ ਆ ਸਾਬੁਨ ਨਾਲ ਬਾਰ-ਬਾਰ ਧੋਵੋ ਔਰ ਕਰਾਊਡ ਵਾਲੀਆਂ ਜਗ੍ਹਾ 'ਚ ਨਾ ਜਾਇਆ ਜਾਵੇ। ਜਿੱਥੇ ਵੀ ਹੈ ਜੋ ਕਿ ਇੱਕ ਉਚਿਤ ਦੂਰੀ ਹੈ ਉਹ ਬਣਾ ਕੇ ਹੀ ਰੱਖਣਾ ਔਰ ਆਪਣੇ ਆਪ ਨੂੰ ਵੀ ਸੇਵ ਰੱਖੋ ਅਤੇ ਪਬਲਿਕ ਨੂੰ ਵੀ, ਦੂਸਰਾ ਬੰਦਾ ਵੀ ਸੇਫ ਰਹੇਗਾ ਜੇ ਤੁਸੀਂ ਮਾਸਕ ਲਗਾਓਗੇ। ਸੋ ਹੁਣ ਤੱਕ ਮੈਂ ਆਪਣੇ ਨੰਗਲ ਆਪਣੇ ਹੌਸਪੀਟਲ ਦੀ ਅਗਰ ਗੱਲ ਕਰੀਏ ਤਾਂ ਸਾਡੇ ਕੋਲ ਨੰਗਲ ਦੇ ਵਿੱਚ ਜਿਹੜਾ ਪਹਿਲਾ ਕੇਸ ਡਿਟੈਕਟ ਹੋਇਆ ਸੀਗਾ ਉਹ ਆਪਣੇ 27/6 ਨੂੰ ਹੋਇਆ ਸੀ। ਬਟ ਉਸ ਤੋਂ ਬਾਅਦ ਹੁਣ ਜਿਹੜੇ ਪਿਛਲੇ ਹਫ਼ਤੇ ਲਗਾਤਾਰ 20 ਤਰੀਕ ਤੋਂ ਲਗਾਤਾਰ ਸਾਡੇ ਕੋਲ 7-8 ਕੇਸ ਜਿਹੜੇ ਆਏ ਹੈ ਔਰ 29 ਨੂੰ ਜਿਹੜੀ ਸਾਡੀ ਰਿਪੋਰਟ ਆਈ ਹੈ ਪਹਿਲੀ ਨੂੰ, ਉਸ ਦੇ ਵਿੱਚ 3-4 ਕੇਸ ਹੋਰ ਆਏ ਸੀਗੇ। 3 ਨੰਗਲ ਦੇ ਸੀਗੇ, ਇੱਕ ਲਾਗਲੇ ਪਿੰਡ ਬ੍ਰਹਮਪੁਰ ਦਾ ਸੀਗਾ ਔਰ ਇੱਕ 30/6 ਤੋਂ ਲੈ ਕੇ 5/7 ਤੱਕ ਸਾਡੇ ਕੋਲ ਲਗਭਗ 300 ਤੋਂ ਵੱਧ ਅਸੀਂ ਸੈਂਪਲ ਲਏ ਹੈ ਔਰ ਹਾਲੇ ਸਾਡੇ 77 ਸੈਂਪਲ ਜਿਹੜੇ ਸਾਡੇ ਹਾਲੇ ਪੈਂਡਿੰਗ ਹੈ, ਬਾਕੀ ਸਾਰੇ ਹੁਣ ਤੱਕ ਨੈਗੇਟਿਵ ਹੈ। ਇਹ 4 ਤਰੀਕ ਦੇ ਕੱਲ੍ਹ ਦੇ ਔਰ ਅੱਜ ਵਾਲੇ ਜਿਹੜੇ ਲਏ 77 ਸੈਂਪਲ ਇਹ ਹਾਲੇ ਪੈਂਡਿੰਗ ਹੈ, ਕਿਉਂਕਿ ਇੱਕ ਦਿਨ ਤਾਂ 24 ਘੰਟੇ ਤੋਂ 48 ਘੰਟੇ ਜਿਹੜੇ ਹੈ ਸੈਂਪਲ ਦੀ ਰਿਪੋਰਟ ਆਉਣ 'ਚ ਲੱਗਦੇ ਹੈ। ਸੋ ਉਮੀਦ ਕਰਦੇ ਹਾਂ ਕਿ ਇਹ ਵੀ ਸੈਂਪਲ ਸਾਰੇ ਠੀਕ ਆਉਣਗੇ। ਅਤੇ ਡਾਕਟਰ ਸਾਹਿਬ ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਜਿਹੜੇ ਤੁਸੀਂ ਮਰੀਜ਼ ਭੇਜਦੇ ਹੋ ਗਿਆਨ ਸਾਗਰ ਹਸਪਤਾਲ ਦੇ ਵਿੱਚ, ਕਿੱਦਾਂ ਦਾ ਉਪਚਾਰ ਕੀਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਜਿੰਨੇ ਤੁਸੀਂ ਮਰੀਜ਼ ਭੇਜੇ ਉਹ ਸਭ ਠੀਕ ਹੋ ਕੇ ਵਾਪਸ ਆ ਗਏ? ਹਾਂਜੀ, ਹੁਣ ਤੱਕ ਅਸੀਂ ਜਿੰਨੇ ਵੀ 21 ਦੇ ਕਰੀਬ ਮਰੀਜ਼ ਇੱਥੋਂ ਭੇਜੇ ਸੀਗੇ ਔਰ ਲਗਭਗ ਸਾਡੇ ਜਿਹੜੇ ਆ ਹੁਣ 5 ਪੈਂਡਿੰਗ ਹੈਗੇ ਆ, ਬਾਕੀ ਸਾਰੇ ਠੀਕ ਹੋ ਕੇ ਆਪਣੇ ਆਪਣੇ ਘਰੇ ਪਰਤ ਚੁੱਕੇ ਹੈ। ਅਤੇ ਹੁਣ ਇਹ ਕੱਲ੍ਹ ਜਿਹੜੇ ਆ 73 ਈਅਰ ਓਲਡ ਮੋਹਿੰਦਰ ਲਾਲ ਸ਼ਰਮਾ ਜੀ ਜੋ ਕਿ ਸ਼ਿਵਾਲਿਕ ਐਵਨਿਊ ਦੇ ਸੀਗੇ, 10 ਦਿਨ ਦਾ ਆਪਣਾ ਕੁਆਰੰਟਾਈਨ ਟਾਈਮ ਆਈਸੋਲੇਸ਼ਨ ਦੇ ਵਿੱਚ ਉੱਥੇ ਗਿਆਨ ਸਾਗਰ ਵਿਖੇ ਪੂਰਾ ਕਰਕੇ ਕੱਲ੍ਹ ਘਰ ਵਾਪਿਸ ਆਏ ਹੈ ਅਤੇ ਉਹਨਾਂ ਨੂੰ 7 ਦਿਨ ਲਈ ਅਸੀਂ ਹੋਰ ਕੁਆਰੰਟਾਈਨ ਕੀਤਾ ਹੈਗਾ। ਅਤੇ ਇਸ ਤੋਂ ਇਹ ਲੱਗਦਾ ਹੈ ਕਿ ਸਿਹਤ ਪੱਖੀ ਸਾਰਿਆਂ ਦੀ ਜਿਹੜੀ ਇਮਿਊਨਿਟੀ ਹੈ ਉਹ ਠੀਕ ਹੈ, ਜਿਹਦੇ ਕਰਕੇ ਕਿ ਇਹ ਇਸ ਬਿਮਾਰੀ ਨਾਲ ਲੜ ਸਕੇ ਹੈ ਔਰ ਉਮੀਦ ਕਰਦੇ ਹਾਂ ਕਿ ਬਾਕੀ ਵੀ ਸਾਰੇ ਜਿਹੜੇ ਹੋਰ 4-5 ਪੈਂਡਿੰਗ ਹੈਗੇ ਉਹ ਵੀ ਠੀਕ ਹੋ ਗਏ, ਘਰ ਪਰਤਣਗੇ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਜਾਣਨਾ ਚਾਹਾਂਗੇ ਕਿ ਜਿਹੜੇ ਸਾਡੇ ਲੋਕਲ ਲੋਕ ਹੈ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਨਹੀਂ ਹੋਏ, ਅਤੇ ਲੱਗਦਾ ਕਿ ਜਿਹੜੇ ਬਾਹਰ ਤੋਂ ਆਉਂਦੇ ਉਹੀ ਇਸ ਬਿਮਾਰੀ ਨੂੰ ਇੱਥੇ ਨੰਗਲ 'ਚ ਫਲਾਣ 'ਚ ਉਹਨਾਂ ਦਾ ਹੀ ਹੱਕ ਦੱਸ ਰਿਹਾ। ਦੇਖੋ, ਸਾਡੇ ਕੋਲ ਜਿਹੜੇ ਨੰਗਲ ਦੇ ਲੋਕ ਹੈ ਉਹ ਤਾਂ ਹਾਲੇ ਤੱਕ ਕੋਈ ਵੀ ਸਿੱਧੇ ਤੌਰ 'ਤੇ ਰਿਪੋਰਟ ਨਹੀਂ ਹੋਇਆ। ਜਿਹੜੇ ਵੀ ਬਾਹਰੋਂ ਆਏ ਆ, ਕੋਈ ਦਿੱਲੀ ਤੋਂ ਆਇਆ, ਕੋਈ ਯੂਪੀ ਤੋਂ ਆਇਆ, ਉਹ ਜਿਹੜੇ ਲੋਕ ਬਾਹਰੋਂ ਆਏ ਸੀ ਉਹਨਾਂ ਦੇ ਕੰਟੈਕਟ ਵਿੱਚ ਆਉਣ ਤੋਂ ਬਾਅਦ 3-4 ਬੰਦੇ ਜਿਹੜੇ ਆ ਪੋਜ਼ੀਟਿਵ ਆਏ ਆ, ਬਟ ਉਹ ਵੀ ਹੁਣ ਠੀਕ ਹੋ ਕੇ ਘਰ ਵਾਪਸ ਪਰਤ ਆਏ ਹੈ। ਅਤੇ 4-5 ਬੰਦੇ ਜਿਹੜੇ ਹੈ ਹਾਲੇ ਪੈਂਡਿੰਗ ਹੈ, ਉਹਨਾਂ ਵਿੱਚ 3 ਕੰਟੈਕਟ ਵਾਲੇ ਹੈ ਔਰ 2 ਸਿੱਧੇ ਤੌਰ 'ਤੇ ਜਿਹੜੇ ਬਾਹਰੋਂ ਆਏ ਉਹ ਹੈ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਜਾਣਨਾ ਚਾਹੁੰਦਾ, ਜਿੱਦਾਂ ਤੁਸੀਂ ਇੱਥੋਂ ਭੇਜ ਦਿੰਦੇ ਹੋ ਮਰੀਜ਼ ਨੂੰ ਉੱਥੇ ਹੌਸਪੀਟਲ ਕਿੰਨੇ ਦਿਨ ਦਾਖਲ ਰਹਿਣਾ ਪੈਂਦਾ ਔਰ ਕਿੰਨੇ ਦਿਨ ਬਾਅਦ ਉਹਨੂੰ ਛੁੱਟੀ ਮਿਲਦੀ ਹੈ, ਫਿਰ ਘਰ ਆ ਕੇ ਇਕਾਂਤਵਾਸ 'ਚ ਰੱਖਣਾ ਪੈਂਦਾ?
ਹਾਂਜੀ, ਜਿਹੜੇ ਵੀ ਅਸੀਂ ਇੱਥੋਂ ਮਰੀਜ਼ ਭੇਜਦੇ ਹਾਂ, ਪੋਜ਼ਿਟਿਵ ਆਉਣ ਤੋਂ ਜਿਸ ਦਿਨ ਉਹਨਾਂ ਦਾ ਟੈਸਟ ਹੁੰਦਾ ਉਸ ਤੋਂ 10 ਦਿਨ ਤੱਕ ਉਹ ਉੱਥੇ ਗਿਆਨ ਸਾਗਰ ਮੈਡੀਕਲ ਕਾਲਜ ਵਿੱਚ 10 ਦਿਨ ਤੱਕ ਉਹਨਾਂ ਦੇ ਸਾਈਨ ਐਂਡ ਸਿੰਪਟਮ ਚੈੱਕ ਕਰਦੇ ਹੈ, ਔਰ ਹਾਲੇ ਤੱਕ ਕਿਸੇ ਦੇ ਵਿੱਚ ਵੀ ਇੱਦਾਂ ਦੇ ਸਾਈਨ ਐਂਡ ਸਿੰਪਟਮ ਨਹੀਂ ਪਾਏ ਗਏ, ਜਿਸ ਕਰਕੇ ਕਿ ਉਹਨਾਂ ਨੂੰ ਜ਼ਿਆਦਾ ਰਹਿਣਾ ਪਵੇ। 10ਵੇਂ ਦਿਨ ਉਹਨਾਂ ਦੇ ਸਾਈਨ ਐਂਡ ਸਿੰਪਟਮ ਠੀਕ ਹੋਣ ਕਰਕੇ ਉਹਨਾਂ ਵਿੱਚ ਕੋਈ ਵੀ ਲੱਛਣ ਨਹੀਂ ਪਾਇਆ ਜਾਂਦਾ, ਅਤੇ ਇਸ ਕਰਕੇ 10ਵੇਂ ਦਿਨ ਉਹਨਾਂ ਨੂੰ ਘਰ ਭੇਜ ਦਿੰਦੇ ਹੈ, ਔਰ 7 ਦਿਨ ਹੋਰ ਲੱਛਣ ਦੇਖਣ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਉਹਨਾਂ ਦੇ ਘਰ ਵਿਜ਼ਿਟ ਕਰਦੀਆਂ, ਔਰ ਟਾਈਮ ਟੂ ਟਾਈਮ ਉਹਨਾਂ ਵੱਲ ਦੀ ਅਸੀਂ ਜਿਹੜੀ ਖਬਰ ਜਿਹੜੀ ਹੈ ਉਹ ਉੱਪਰ ਵੀ ਆਪਣੇ ਸਿਵਲ ਸਰਜਨ ਸਰ ਔਰ DC ਮੈਮ ਨੂੰ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ। ਔਰ ਹਾਲੇ ਤੱਕ ਸਾਡੇ ਨੰਗਲ ਵਿੱਚ ਸਾਨੂੰ ਇੱਦਾਂ ਦਾ ਕੋਈ ਵੀ ਜਿਹੜਾ ਭੇਜਿਆ ਹੋਇਆ ਗਿਆਨ ਸਾਗਰ ਮਰੀਜ਼ ਹੈ ਉਹਦੇ 'ਚ ਸਾਈਨ ਐਂਡ ਸਿੰਪਟਮ ਨਹੀਂ ਮਿਲੇ। ਡਾਕਟਰ ਸਾਹਿਬ, ਇੱਕ ਚੀਜ਼ ਹੋਰ ਦੱਸੋ ਕਿ ਜਿਹੜੇ ਕਰੋਨਾ ਦੇ ਟੈਸਟ ਹੁੰਦੇ ਆ ਉਹਨਾਂ ਦੇ ਕੋਈ ਪੇਮੈਂਟ ਜਮ੍ਹਾਂ ਕਰਾਉਣੀ ਪੈਂਦੀ, ਕਿਆ ਕਰਨਾ ਪੈਂਦਾ, ਮਰੀਜ਼ ਨੂੰ ਨਿਸ਼ਚਿੰਤ ਹੋ ਜਾਣਾ ਚਾਹੀਦਾ, ਕਿਆ ਕੁਛ ਹੋਣਾ ਚਾਹੀਦਾ? ਦੇਖੋ, ਸਾਡੇ ਕੋਲ ਤਾਂ ਜਿਹੜੇ ਵੀ ਟੈਸਟ ਹੋ ਰਹੇ ਆ ਸਰਕਾਰ ਵੱਲੋਂ ਇਹ ਸਾਰੇ ਹੀ ਫ੍ਰੀ ਟੈਸਟ ਹੋ ਰਹੇ ਹੈ। ਇੱਥੇ ਕਿਸੇ ਦੀ ਵੀ ਕੋਈ ਪੇਮੈਂਟ ਦਾ ਕੋਈ ਚੱਕਰ ਨਹੀਂ ਹੈ, ਕਿਸੇ ਨੂੰ ਵੀ ਕੋਈ ਪੇਮੈਂਟ ਨਹੀਂ ਦੇਣੀ ਪੈਂਦੀ, ਇਹ ਸਾਰੇ ਟੋਟਲੀ ਫ੍ਰੀ ਹੋ ਰਹੇ ਆ। ਅਤੇ ਇਹ ਰਿਪੋਰਟ ਜਿਹੜੀ ਕਰੋਨਾ ਟੈਸਟ ਦੀ ਰਿਪੋਰਟ ਹੈ ਇਹ ਕਿੰਨੇ ਦਿਨ ਬਾਅਦ ਆ ਜਾਂਦੀ ਹੈ? ਅਸੀਂ ਇੱਥੋਂ ਸਾਰੇ ਸੈਂਪਲ ਜਿਹੜੇ ਆ ਰੋਪੜ ਆਪਣੇ ਡਿਸਟ੍ਰਿਕਟ ਹੈੱਡਕੁਆਟਰ 'ਤੇ ਭੇਜਦੇ ਹਾਂ। ਉਸੇ ਦਿਨ ਸ਼ਾਮ ਨੂੰ ਜਿਹੜੇ ਸਾਰੇ ਸੈਂਪਲ ਪੈਕ ਹੋ ਕੇ ਪਟਿਆਲਾ ਮੈਡੀਕਲ ਕਾਲਜ ਚਲੇ ਜਾਂਦੇ ਹੈ। ਲਗਭਗ 24 ਘੰਟੇ ਤੋਂ 48 ਘੰਟੇ ਦੇ ਵਿੱਚ ਵਿੱਚ ਜਿਹੜੀਆਂ ਰਿਪੋਰਟਾਂ ਆ ਜਾਂਦੀਆਂ। ਅਤੇ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ, ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਜੋ ਵੀ ਕਰੋਨਾ ਪੋਜ਼ਿਟਿਵ ਤੁਸੀਂ ਭੇਜਦੇ ਹੋ, ਕਿਆ ਉਹਨਾਂ ਦੇ ਇਲਾਜ 'ਤੇ ਕੋਈ ਖਰਚਾ ਕੀਤਾ ਜਾਂਦਾ ਜਾਂ ਸਾਰਾ ਖਰਚਾ ਸਰਕਾਰ ਕਰ ਰਹੀ ਹੈ? ਦੇਖੋ, ਕੁਝ ਲੋਕ ਸਾਰਾ ਖਰਚਾ ਵੈਸੇ ਤਾਂ ਸਰਕਾਰ ਕਰ ਰਹੀ ਹੈ, ਜਨਰਲ ਵਾਰਡ ਦਾ ਸਾਰਾ ਖਰਚਾ ਜੋ ਹੈ ਸਰਕਾਰ ਕਰਦੀ ਹੈ, ਔਰ ਕੁਝ ਲੋਕ ਜਿਹੜੇ ਹੈ ਆਪਣੇ ਵਾਸਤੇ ਉੱਥੇ ਸਪੈਸ਼ਲ ਰੂਮ ਲੈ ਲੈਂਦੇ ਹੈ, ਉਹਦਾ ਜਿਹੜੇ ਚਾਰਜਿਸ ਹੈ 2500 ਰੁਪਇਆ ਲਗਭਗ ਜਿਹੜਾ ਸਪੈਸ਼ਲ ਕਮਰੇ ਦਾ ਹੈ ਉਹ ਉਹਨਾਂ ਨੂੰ ਪੇਮੈਂਟ ਕਰਨਾ ਪੈਂਦਾ। ਉਹ ਵੀ ਉਹ ਆਪਣੀ ਸਹੂਲਤ ਵਾਸਤੇ ਜੋ ਵੀ ਸਪੈਸ਼ਲ ਕਮਰਾ ਲੈਂਦੇ ਉਹਦੇ ਚਾਰਜਿਸ ਹੈ। ਤੋ ਸਿਟੀ ਹੈਲਥ ਕੇ ਜਿਹੜੇ ਦਰਸ਼ਕ ਦੇਖ ਰਿਹਾ ਹੈ, ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਵਾਸਤੇ? ਹਾਂ, ਜਿਵੇਂ ਕਿ ਮੈਂ ਪਹਿਲੇ ਅਪੀਲ ਕਰ ਚੁੱਕਿਆ, ਮੈਂ ਕਹਾਂਗਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਪੱਤਰਕਾਰ ਸਮੁਦਾਇ ਦੇ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਆ, ਇਹਨਾਂ ਨੇ ਹੈਲਥ ਟੀਮਾਂ ਦੇ ਨਾਲ ਵੱਧ ਚੜ੍ਹ ਕੇ ਸਾਰੀ ਸੁਸਾਇਟੀ ਨੂੰ ਜਾਗਰੂਕ ਕੀਤਾ ਹੈ, ਅਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਔਰ ਇਹਨਾਂ ਦੇ ਮਾਧਿਅਮ ਤੋਂ ਇੱਕ ਵਾਰੀ ਫੇਰ ਅਪੀਲ ਕਰਦੇ ਹਾਂ ਕਿ ਆਪਣਾ ਮਾਸਕ ਜ਼ਰੂਰ ਪਾ ਕੇ ਰੱਖੋ, ਔਰ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲੋ, ਔਰ ਜਦੋਂ ਵੀ ਨਿਕਲੋ ਔਰ ਆਪਣੇ ਹੱਥ ਵਗੈਰਾ ਜਿਹੜੇ ਕਵਰ ਰੱਖੋ, ਔਰ ਜਾਂ ਇਹਨਾਂ ਨੂੰ ਸੈਨੀਟਾਈਜ਼ ਜਾਂ ਇਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਸਾਬਣ ਨਾਲ ਧੋਵੋ, ਔਰ ਆਪ ਵੀ ਠੀਕ ਰਹੋ ਅਤੇ ਦੂਸਰਿਆਂ ਦੀ ਸਿਹਤ ਦਾ ਵੀ ਧਿਆਨ ਰੱਖੋ। ਅਤੇ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਚੱਲਿਆ। ਮਿਸ਼ਨ ਫਤਿਹ ਕਰੋਨਾ ਮਹਾਮਾਰੀ ਤੋਂ ਜਿਹੜੀ ਜਿੱਤ ਪਾਉਣ ਵਾਸਤੇ ਸ਼ੁਰੂ ਕੀਤਾ ਪੰਜਾਬ ਸਰਕਾਰ ਨੇ। ਇਹ ਵੀ ਡਾਕਟਰ ਸਾਹਿਬ ਨੂੰ ਪੁੱਛ ਲੈਂਦੇ ਫਤਿਹ ਮਿਸ਼ਨ ਫਤਿਹ ਦੇ ਤਹਿਤ ਕਿਆ ਸੁਵਿਧਾ ਇੱਥੇ ਦਿੱਤੀਆਂ ਜਾ ਰਹੀਆਂ, ਕਿਆ ਹੋ ਰਿਹਾ? ਇਹ ਸਲੋਗਨ ਸਾਡੇ ਮਾਨਨੀय ਚੀਫ ਮਿਨਿਸਟਰ ਸਾਹਿਬ ਕੈਪਟਨ ਸਾਹਿਬ ਦਾ ਸਲੋਗਨ ਹੈ, ਅਤੇ ਸਾਡੇ ਹੈਲਥ ਮਿਨਿਸਟਰ ਬਲਬੀਰ ਸਿੰਘ ਸਿੱਧੂ ਜੀ ਦਾ ਇਹ ਸਲੋਗਨ ਹੈ। ਔਰ ਇਹ ਸਲੋਗਨ ਇੱਦਾਂ ਦੇ ਹੁੰਦੇ ਹਨ ਜਿਨ੍ਹਾਂ ਦੇ ਨਾਲ ਸਾਨੂੰ ਸਾਡੇ ਸਾਰੇ ਵਰਕਰਾਂ ਨੂੰ ਤਾਕਤ ਮਿਲਦੀ ਹੈ, ਔਰ ਅਸੀਂ ਇਸ ਮਿਸ਼ਨ ਦੇ ਤਹਿਤ ਸਾਰਿਆਂ ਦਾ ਸਹਿਯੋਗ ਜੋ ਹੈ, ਸਾਰੇ ਹੈਲਥ ਟੀਮ ਦਾ ਸਹਿਯੋਗ ਜੋ ਹੈ, ਔਰ ਸਾਡੇ ਸਿਵਲ ਸਰਜਨ ਸਰ ਦੇ ਗਾਈਡਲਾਈਨ ਦੇ ਵਿੱਚ ਬਹੁਤ ਅੱਛੇ ਹਰੇਕ ਸਮਾਨ ਸਾਨੂੰ ਪ੍ਰੋਵਾਈਡ ਕੀਤਾ ਗਿਆ ਹੈ, ਜੋ ਕਿ ਅਸੀਂ ਇਸ ਬਿਮਾਰੀ ਨਾਲ ਲੜ ਸਕਦੇ ਹਾਂ। ਅਤੇ ਮੈਂ ਇੱਕ ਵਾਰ ਫਿਰ ਸਰਕਾਰ ਦਾ ਪੁਰਜ਼ੋਰ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਇੰਨਾ ਸક્ષਮ ਕੀਤਾ ਹੈ ਕਿ ਅਸੀਂ ਇਸ ਬਿਮਾਰੀ ਨਾਲ ਲੜ ਸਕੀਏ। ਪੰਜਾਬ ਸਰਕਾਰ ਦੇ ਨਾਲ ਮੈਂ ਆਪਣੇ ਹਲਕੇ ਦੇ ਸਪੀਕਰ ਸਾਹਿਬ ਰਾਣਾ KP ਸਿੰਘ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਦੇ ਸਦਕੇ ਇਸ ਹਸਪਤਾਲ ਵਿੱਚ ਹਰ ਚੀਜ਼, ਹਰ ਸਾਜੋ ਸਮਾਨ ਜੋ ਪ੍ਰੋਵਾਈਡ ਹੋਇਆ ਹੈ, ਅਤੇ ਅਸੀਂ ਇਸ ਤਰ੍ਹਾਂ ਸਮਾਨ ਤੋਂ ਬਾਅਦ ਸક્ષਮ ਹੋਏ ਹਾਂ ਕਿ ਅਸੀਂ ਪੂਰੀ ਤਰ੍ਹਾਂ ਆਪਣੇ ਇਸ ਇਲਾਕੇ ਦੇ ਵਾਸੀਆਂ ਦਾ ਸੇਵਾ ਕਰ ਸਕੀਏ। ਧੰਨਵਾਦ। ਤੋ ਦੇਖਿਆ ਤੁਸੀਂ ਸਿਵਲ ਹਸਪਤਾਲ ਨੰਗਲ ਦੇ ਜੋ SMO ਸਾਹਿਬ ਸੀ ਡਾਕਟਰ ਨੇਸ਼ ਜੀ, ਇਹਨਾਂ ਨੇ ਤੁਹਾਨੂੰ ਸਾਫ਼ ਸੁਨੇਹਾ ਦਿੱਤਾ, ਅਗਰ ਤੁਸੀਂ ਇਸ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਮਾਸਕ ਪਹਿਨੋ, ਬਾਰ-ਬਾਰ ਹੱਥ ਧੋਵੋ, ਅਤੇ ਸਭ ਤੋਂ ਵੱਡੀ ਗੱਲ ਸੋਸ਼ਲ ਡਿਸਟੈਂਸ ਦਾ ਪਾਲਣ ਕਰੋ। ਤੋ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਜ਼ਰੂਰ ਆਪਣੀ ਰਾਏ ਦਿਓ।
नमस्कार, धन्यवाद।